ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦਪੁਰ ਛੱਡਣ ਤੋਂ ਬਾਅਦ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੰਗੂ ਦੇ ਨਾਲ ਉਸਦੇ ਘਰ ਚਲੇ ਗਏ। ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਚਮਕੌਰ ਦੀ ਗੜੀ ਵਿੱਚ ਪਹੁੰਚੇ। ਚਮਕੌਰ ਦੇ ਯੁੱਧ ਵਿੱਚ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ। ਦੂਜੇ ਪਾਸੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਦੇ ਕਹਿਣ ਤੇ ਚਮਕੌਰ ਦੇ ਕਿਲੇ ਨੂੰ ਛੱਡ ਕੇ ਨੰਗੇ ਪੈਰੀ ਮਾਛੀਵਾੜ ਦੇ ਜੰਗਲਾਂ ਵੱਲ ਤੁਰੇ ਜਾਂਦੇ ਹਨ। ਅਗਲੇ ਦਿਨ ਮਾਛੀਵਾੜ ਦੇ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਸਿੰਘ ਮਿਲਦੇ ਹਨ। ਫਿਰ ਭਾਈ ਗਨੀ ਖਾਨ ਤੇ ਨਵੀ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਉੱਚ ਦਾ ਪੀਰ ਬਣਾਇਆ ਤੇ ਗੁਰੂ ਸਾਹਿਬ ਜੀ ਉੱਚ ਦਾ ਪੀਰ ਬਣ ਕੇ ਉਸ ਇਲਾਕੇ ਤੋਂ ਬਾਹਰ ਆਏ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਝ ਸਿੰਘਾਂ ਦੇ ਨਾਲ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਦਮਦਮਾ ਸਾਹਿਬ ਵਿੱਚ ਪਹੁੰਚੇ, ਜਿੱਥੋਂ ਸਾਡੀ ਅੱਜ ਦੀ ਕਥਾ ਆਰੰਭ ਹੁੰਦੀ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੀਵਾਨ ਲਾਏ ਤੇ ਸੰਗਤਾਂ ਇਕੱਠੀਆਂ ਹੋਣ ਲੱਗੀਆਂ। ਸੰਗਤਾਂ ਦੇ ਨਾਲ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਤਾਲਾਪ ਹੋਏ, ਜਿਨ੍ਹਾਂ ਵਿੱਚ ਕੁਝ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਆਪਣੀਆਂ ਬੇਨਤੀਆਂ ਰੱਖੀਆਂ ਕਿ ਜੋ ਪਰਾਇਆ ਧਨ ਖਾਂਦੇ ਹਨ ਜਾਂ ਜੋ ਬਹੁ ਬੇਟੀਆਂ ਦਾ ਧਨ ਖਾਂਦੇ ਹਨ, ਉਹਨਾਂ ਨਾਲ ਨਰਕਾਂ ਵਿੱਚ ਕੀ ਕੁਝ ਹੁੰਦਾ ਹੈ, ਉਹਨਾਂ ਨੂੰ ਕਿਹੋ ਜਿਹੇ ਨਰਕ ਕੁੰਡ ਵਿੱਚ ਪੈਣਾ ਪੈਂਦਾ ਹੈ ਅਤੇ ਇਹਨਾਂ ਸਾਰੇ ਪਾਪਾਂ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਹੈ। ਇਸ ਬਾਰੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਮਝਾਉਣਾ ਕਰਦੇ ਹਨ। ਆਓ ਸਾਖੀ ਨੂੰ ਸਰਵਣ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਕੁਝ ਸਿੰਘਾਂ ਨਾਲ ਹੁੰਦੇ ਹੋਏ ਤਲਵੰਡੀ ਸਾਬੋ ਧਰਤੀ ਤੇ ਚਰਨ ਪਾਉਂਦੇ ਹਨ ਤੇ ਭਾਈ ਡੱਲੇ ਨੂੰ ਮਿਲਦੇ ਹਨ। ਭਾਈ ਡੱਲਾ ਤਲਵੰਡੀ ਸਾਬੋ ਦਾ ਚੌਧਰੀ ਸੀ ਤੇ ਗੁਰੂ ਸਾਹਿਬ ਤੇ ਗੁਰੂ ਘਰ ਉੱਤੇ ਸ਼ਰਧਾ ਰੱਖਿਆ ਕਰਦਾ ਸੀ। ਗੁਰੂ ਸਾਹਿਬ ਜੀ ਦੇ ਆਉਣ ਤੇ ਉਸਨੇ ਬਹੁਤ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਅਤੇ ਬਹੁਤ ਪ੍ਰਸੰਨ ਹੋਇਆ। ਗੁਰੂ ਸਾਹਿਬ ਜੀ ਤਲਵੰਡੀ ਸਾਬੋ ਦੇ ਨੇੜੇ ਪਹੁੰਚੇ ਤਾਂ ਇੱਕ ਸੁੰਦਰ ਖਾਲੀ ਥਾਂ ਆਈ। ਉਸ ਥਾਂ ਤੇ ਪਹੁੰਚ ਕੇ ਗੁਰੂ ਸਾਹਿਬ ਜੀ ਦਾ ਘੋੜਾ ਆਪਣੇ ਆਪ ਰੁਕ ਗਿਆ। ਘੋੜੇ ਦੇ ਰੁਕਣ ਸਾਰ ਹੀ ਕਲਗੀਧਰ ਪਿਤਾ ਨੇ ਚੌਗਿਰਦੇ ਝਾਤੀ ਮਾਰ ਕੇ ਉਸ ਮਨਮੋਹਣੀ ਥਾਂ ਨੂੰ ਵੇਖ ਕੇ ਸਾਹਿਬਾਂ ਨੇ ਹੁਕਮ ਕੀਤਾ, ਠਹਿਰੋ, ਇੱਥੇ ਦਮ ਲਵੋ, ਕੋਈ ਗੈਬੀ ਸੱਦ ਆ ਰਹੀ ਹੈ, ਸੁਣੋ, ਇਹ ਸੁੰਦਰ ਤੇ ਭਾਗ ਭਰੀ ਧਰਤੀ ਹੈ। ਸਾਹਿਬਾਂ ਦਾ ਹੁਕਮ ਸੁਣ ਕੇ ਸਾਰੇ ਸਿੰਘ ਉੱਥੇ ਰੁਕ ਗਏ ਤੇ ਗੁਰੂ ਸਾਹਿਬ ਜੀ ਨੇ ਉੱਥੇ ਆਸਣ ਲਾ ਲਿਆ। ਭਾਈ ਡੱਲੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕਰੀ ਕਿ ਮਹਾਰਾਜ ਕਿਰਪਾ ਕਰੋ, ਮੇਰੇ ਕਿਲੇ ਵਿੱਚ ਚਲੋ, ਉੱਥੇ ਖੁੱਲੀ ਥਾਂ ਹੈ, ਮੇਰਾ ਗ੍ਰਹਿ ਪਵਿੱਤਰ ਹੋ ਜਾਵੇਗਾ ਤੇ ਆਪ ਜੀ ਨੂੰ ਹਰ ਤਰ੍ਹਾਂ ਦੀ ਸਹੂਲਤ ਹੋਵੇਗੀ। ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਡੱਲਿਆ, ਸਾਧੂ ਸੰਤਾਂ ਦਾ ਗ੍ਰਸਤੀਆਂ ਦੇ ਘਰ ਵਿੱਚ ਰਹਿਣਾ ਚੰਗਾ ਨਹੀਂ। ਅਸਾਂ ਕੋਲ ਰੋਜ਼ ਸੰਗਤ ਆਉਣੀ ਹੈ। ਘਰ ਜਾ ਕੇ ਅਸਾਂ ਵਾਸਤੇ ਤੁਸਾਂ ਨੂੰ ਮਕਾਨ ਖਾਲੀ ਕਰਨਾ ਪਵੇਗਾ। ਦੂਸਰਾ, ਅਸੀਂ ਬਾਹਰ ਰਹਿ ਕੇ ਪ੍ਰਸੰਨ ਹਾਂ। ਰਾਤਰੀ ਸਮੇਂ ਕੁਦਰਤ ਨਾਲ ਬਚਨ ਵਿਲਾਸ ਕਰ ਲੈਂਦੇ ਹਾਂ। ਇਸ ਤਰ੍ਹਾਂ ਇੱਕ ਡੇਰਾ ਬਣੇਗਾ, ਬਹੁਤ ਵੱਡਾ ਡੇਰਾ, ਸਿੱਖ ਸੰਗਤ ਇੱਥੇ ਆਵੇਗੀ। ਫਿਰ ਭਾਈ ਡੱਲੇ ਨੇ ਗੁਰੂ ਸਾਹਿਬ ਜੀ ਨੂੰ ਦੂਸਰੀ ਬੇਨਤੀ ਕੀਤੀ ਕਿ ਮੈਂ ਆਪ ਜੀ ਦੀ ਖੁਸ਼ੀ ਲਈ ਤੰਬੂ ਅਤੇ ਹੋਰ ਲੋੜੀਂਦਾ ਸਮਾਨ ਇੱਥੇ ਲੈ ਆਵਾਂ ਤਾਂ ਆਪ ਪ੍ਰਵਾਨ ਕਰੋਗੇ। ਤੇ ਗੁਰੂ ਸਾਹਿਬ ਜੀ ਨੇ ਖੁਸ਼ੀ ਉਸ ਨੂੰ ਇਹ ਆਗਿਆ ਦੇ ਦਿੱਤੀ। ਉਸ ਜਗ੍ਹਾ ਤੇ ਰਾਤ ਹੋਣ ਤੋਂ ਪਹਿਲਾਂ ਤੰਬੂ ਲੱਗ ਗਏ ਤੇ ਸਤਿਗੁਰੂ ਜੀ ਦੇ ਵਾਸਤੇ ਰਿਹਾਇਸ਼ੀ ਦੇ ਦੀਵਾਨ ਲਾਉਣ ਵਾਸਤੇ ਵੀ ਅਸਥਾਨ ਤਿਆਰ ਕਰ ਦਿੱਤੇ ਗਏ। ਜੰਗਲ ਵਿੱਚ ਮੰਗਲ ਲੱਗ ਗਿਆ, ਰੌਣਕਾਂ ਹੋ ਗਈਆਂ। ਜਿਹੜੀ ਥਾਂ ਡਰਾਉਣੀ ਲੱਗਦੀ ਸੀ ਉਹ ਸੁਹਾਵਣੀ ਹੋ ਗਈ। ਅਗਲੀ ਸਵੇਰ ਹੋਈ, ਆਸਾ ਦੀ ਵਾਰ ਦਾ ਕੀਰਤਨ ਹੋਇਆ। ਕੀਰਤਨ ਦੇ ਪਿੱਛੋਂ ਸੁਖੂ ਅਤੇ ਬੁੱਧੂ ਨੇ ਸਾਧ ਬਚਨਾਂ ਨੂੰ ਗਾ ਕੇ ਸੁਣਾਇਆ। ਉਹਨਾਂ ਪਿੱਛੋਂ ਸਤਿਗੁਰੂ ਜੀ ਨੇ ਉਪਦੇਸ਼ ਕੀਤਾ। ਤਲਵੰਡੀ ਦੇ ਸਾਰੇ ਵਸਨੀਕ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ। ਸਾਰੇ ਮਾਈ ਭਾਈ ਨੇ ਰੱਬੀ ਕੀਰਤਨ ਦਾ ਆਨੰਦ ਲਿਆ ਤੇ ਸਤਿਗੁਰੂ ਜੀ ਨੇ ਉਪਦੇਸ਼ ਸੁਣਾਇਆ। ਪਾਪੀ ਹਿਰਦੇ ਵਾਲੇ ਅਗਿਆਨੀਆਂ ਨੂੰ ਸੂਝ ਆਈ। ਜੋ ਸਿਆਣੇ ਸਨ ਉਹ ਗੁਰੂ ਸਿੱਖੀ ਦੇ ਨੇੜੇ ਆਉਣ ਵਾਸਤੇ ਕਾਹਲੇ ਪਏ। ਹਰ ਇੱਕ ਦੇ ਹਿਰਦੇ ਵਿੱਚ ਨਵੀਂ ਜੀਵਨ ਰੋਹ ਆਈ। ਮੁਰਦਾ ਆਤਮਾ ਸੁਰਜੀਤ ਹੋਣ ਲੱਗੀਆਂ। ਭਰੇ ਦੀਵਾਨ ਵਿੱਚ ਉੱਠ ਕੇ ਕਿਸੇ ਨੇ ਬੇਨਤੀ ਕੀਤੀ, ਮਹਾਰਾਜ, ਮੈਂ ਬੜਾ ਪਾਪੀ ਹਾਂ, ਹੁਣ ਤੱਕ ਧਾੜੇ ਮਾਰਦਾ ਰਿਹਾ ਹਾਂ, ਕੋਈ ਨੇਕ ਕੰਮ ਨਹੀਂ ਕੀਤਾ, ਕਿਸੇ ਨਾਲ ਭਲਾ ਨਹੀਂ ਕੀਤਾ, ਸਾਧੂ ਸੰਤਾਂ ਦੀ ਸੰਗਤ ਤੋਂ ਵਾਂਝਿਆ ਰਿਹਾ, ਮੈਂ ਕੀ ਕਰਾਂ, ਮੇਰਾ ਪਾਪ ਉਤਾਰਾ ਕਿਵੇਂ ਹੋ ਸਕਦਾ ਹੈ। ਆਪ ਜੀ ਦੇ ਦਰਬਾਰ ਵਿੱਚ ਪੁੱਜ ਕੇ ਮੈਨੂੰ ਪਤਾ ਲੱਗਾ ਹੈ ਕਿ ਮੈਂ ਜੋ ਕਰਮ ਕਰਦਾ ਰਿਹਾ ਹਾਂ ਉਹ ਚੰਗੇ ਕਰਮ ਨਹੀਂ ਸਨ, ਸਾਰੇ ਕੁਕਰਮ ਕਰਦਾ ਰਿਹਾ ਹਾਂ। ਇਹ ਵੀ ਪਤਾ ਲੱਗਾ ਕਿ ਹਰ ਇੱਕ ਆਦਮੀ ਨੂੰ ਆਪਣੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ। ਹੁਣ ਮੇਰਾ ਹਿਰਦਾ ਡਰ ਗਿਆ ਹੈ, ਦਇਆ ਕਰੋ, ਮਿਹਰ ਕਰੋ, ਮੈਨੂੰ ਜੀਵਨ ਰਾਹ ਦੱਸੋ। ਇਸ ਤੋਂ ਬਾਅਦ ਸੰਗਤ ਵਿੱਚੋਂ ਦੂਸਰੇ ਵਿਅਕਤੀ ਨੇ ਉੱਠ ਕੇ ਲੋਕ ਲਾਜ ਦੀ ਸ਼ਰਮ ਅਧਿਕ ਨੂੰ ਛੱਡ ਕੇ ਹੱਥ ਜੋੜ ਕੇ ਆਖਿਆ, ਦਾਤਾ, ਮੈਂ ਬੜਾ ਪਾਪੀ ਹਾਂ, ਮੈਂ ਹੁਣ ਤੱਕ ਧੀਆਂ ਦਾ ਪੈਸਾ ਲੈਂਦਾ ਰਿਹਾ ਹਾਂ,
ਫਿਰ ਵੀ ਮੇਰੇ ਚੁੱਲ੍ਹੇ ਅੱਗ ਨਹੀਂ ਬਲਦੀ। ਜਨਮਾਂ ਜਨਮਾਂ ਦੀ ਭੁੱਖ ਮੇਰੇ ਘਰ ਹੈ, ਮੇਰੇ ਤੇ ਮਿਹਰ ਕਰੋ ਦਾਤਾ, ਮੇਰੇ ਘਰ ਦੀ ਭੁੱਖ ਦੂਰ ਕਰੋ। ਫਿਰ ਉਹ ਕਹਿਣ ਲੱਗਾ ਕਿ ਮਹਾਰਾਜ, ਕੰਨਿਆ ਦਾ ਪੈਸਾ ਲੈਣਾ ਤਾਂ ਜੋ ਪਾਪ ਹੈ ਉਸ ਦਾ ਫਲ ਆਖਦੇ ਨੇ ਮਾਸ ਦੇਣਾ ਪੈਂਦਾ ਹੈ। ਆਪ ਜੀ ਨੇ ਫਰਮਾਇਆ ਹੈ ਕਿ ਨਰਕ ਦੇ ਦੁੱਖ ਸਹਾਰਨੇ ਪੈਂਦੇ ਨੇ, ਇਸ ਵਾਸਤੇ ਮੇਰੇ ਉੱਤੇ ਦਇਆ ਕਰੋ। ਗੁਰੂ ਸਾਹਿਬ ਜੀ ਬੋਲੇ। ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਭਾਈ, ਕੰਨਿਆ ਦਾ ਪੈਸਾ ਖਾਣ ਵਾਲਾ ਕੁੰਭੀ ਨਰਕ ਵਿੱਚ ਪੈਂਦਾ ਹੈ, ਉਸ ਨੂੰ ਕਈ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਗੁਰੂ ਸਾਹਿਬ ਜੀ ਨੇ ਫਰਮਾਇਆ, ਜੋ ਕੰਨਿਆ ਦਾ ਪੈਸਾ ਖਾਂਦੇ ਹਨ ਉਸ ਨੂੰ ਲੋਕ ਤੇ ਪਰਲੋਕ ਦੋਵਾਂ ਵਿੱਚ ਸਿਰ ਝੁਕਾਉਣਾ ਪੈਂਦਾ ਹੈ, ਉਸ ਨੂੰ ਕਿਸੇ ਵੀ ਥਾਂ ਤੇ ਢੋ ਪ੍ਰਾਪਤ ਨਹੀਂ ਹੁੰਦੀ। ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਸਿੱਖਾਂ ਲਈ 52 ਹੁਕਮ ਦਿੱਤੇ ਹਨ, ਉਹਨਾਂ ਵਿੱਚੋਂ ਇੱਕ ਹੁਕਮ ਇਹ ਵੀ ਹੈ ਕਿ ਕੋਈ ਵੀ ਸਿੱਖ, ਗੁਰੂ ਦਾ ਸਿੱਖ, ਕੰਨਿਆ ਦਾ ਪੈਸਾ ਨਾ ਖਾਵੇ। ਇਸ ਤੋਂ ਬਾਅਦ ਇੱਕ ਤੀਸਰਾ ਵਿਅਕਤੀ ਉੱਠਿਆ ਤੇ ਗੁਰੂ ਸਾਹਿਬ ਮਹਾਰਾਜ ਅੱਗੇ ਅਰਜ਼ ਕਰਨ ਲੱਗਾ, ਮਹਾਰਾਜ, ਮੈਂ ਸਖੀ ਸਰਬਰ ਦਾ ਚੇਲਾ ਸੁਲਤਾਨੀਆ ਹਾਂ, ਮੜੀਆਂ ਦੀ ਪੂਜਾ ਕਰਦਾ ਰਿਹਾ ਹਾਂ, ਮੈਨੂੰ ਸਿੱਖੀ ਦਾਨ ਬਖਸ਼ੋ ਤਾਂ ਮੇਰਾ 84 ਦਾ ਗੇੜ ਖਤਮ ਹੋ ਜਾਵੇ। ਗੁਰੂ ਸਾਹਿਬ ਨੇ ਉਸ ਨੂੰ ਫਰਮਾਇਆ ਕਿ ਮੜੀਆਂ ਦੀ ਪੂਜਾ ਕਰਨ ਵਾਲਾ ਮੜੀਆਂ ਵਿੱਚ ਹੀ ਭਟਕਦਾ ਰਹਿੰਦਾ ਹੈ, ਭੂਤ ਪ੍ਰੇਤ ਦੀ ਜੋਨੀ ਵਿੱਚ ਹੀ ਪਿਆ ਰਹਿੰਦਾ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਕੋਈ ਵੀ ਸਾਡਾ ਸਿੰਘ ਮੜੀਆਂ ਮਸਾਣੀਆਂ ਤੇ ਪੂਜਾ ਨਹੀਂ ਕਰੇਗਾ ਅਤੇ ਕੋਈ ਵੀ ਦੇਵੀ ਦੇਵਤੇ ਦੀ ਮੂਰਤ ਨੂੰ ਸਿਰ ਨਹੀਂ ਝੁਕਾਵੇਗਾ। ਸਾਰੀਆਂ ਸੰਗਤਾਂ ਦੀਆਂ ਬੇਨਤੀਆਂ ਸੁਣ ਕੇ ਗੁਰੂ ਸਾਹਿਬ ਜੀ ਨੇ ਫਰਮਾਇਆ, ਸਤਿਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅੰਮ੍ਰਿਤ ਪਾਨ ਕਰੋ, ਸਿੱਖੀ ਦੀ ਮਰਿਆਦਾ ਤੇ ਚਲੋ। ਵਾਹਿਗੁਰੂ ਦਾ ਸਿਮਰਨ ਕਰਨ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਮਾਇਆ ਮੋਹਣੀ ਨੇ ਜੀਵ ਨੂੰ, ਹਰ ਵਿਅਕਤੀ ਨੂੰ ਆਪਣੇ ਪਿੱਛੇ ਲਾਇਆ ਹੋਇਆ ਹੈ, ਉਸ ਦਾ ਪ੍ਰੇਰਿਆ ਹੋਇਆ ਜੀਵ ਵਾਸ਼ਨਾ ਪਿੱਛੇ ਫਿਰਦਾ ਹੈ। ਸਹਿਜ ਖਟੇ ਲੱਖੋ ਉੜਤਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਮਾਇਆ ਅਜਿਹੀ ਪਰਦਾ ਪਾ ਦਿੰਦੀ ਹੈ ਬੁੱਧੀ ਤੇ ਕਿ ਵਿਅਕਤੀ ਨੂੰ ਆਪਣੇ ਸਹੀ ਗਲਤ ਦੀ ਸਮਝ ਨਹੀਂ ਰਹਿੰਦੀ। ਗੁਰੂ ਸਾਹਿਬ ਨੇ ਫਰਮਾਇਆ ਕਿ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਵਾਹਿਗੁਰੂ ਨਾਮ ਦਾ ਸਿਮਰਨ ਕਰੋ, ਕੀਤੇ ਹੋਏ ਸਾਰੇ ਪਾਪ ਗੁਰੂ ਸਾਹਿਬ ਜੀ ਦੇ ਸਿਮਰਨ, ਵਾਹਿਗੁਰੂ ਦੇ ਸਿਮਰਨ ਨਾਲ ਮਿਟ ਜਾਣਗੇ ਅਤੇ 84 ਲੱਖ ਜੂਨਾਂ ਤੋਂ ਮੁਕਤ ਹੋ ਜਾਵੋਗੇ, ਆਉਣ ਜਾਣ ਦੇ ਗੇੜ ਤੋਂ ਮੁਕਤ ਹੋ ਜਾਵੋਗੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਕਈ ਸੰਗਤਾਂ ਨੇ ਉਸ ਦਿਨ ਅੰਮ੍ਰਿਤ ਛਕਿਆ ਅਤੇ ਗੁਰੂ ਦੇ ਸਿੰਘ ਬਣ ਕੇ ਸੱਜ ਗਏ। ਇਸ ਤਰ੍ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਕਦੇ ਵੀ ਵਿਅਕਤੀ ਨੂੰ ਧੀਆਂ ਬੇਟੀਆਂ ਦਾ ਪੈਸਾ ਨਹੀਂ ਖਾਣਾ ਚਾਹੀਦਾ। ਜੋ ਅਜਿਹਾ ਕਰਦਾ ਹੈ ਉਸ ਨੂੰ ਕੁੰਭੀ ਨਰਕ ਵਿੱਚ ਪੈਣਾ ਪੈਂਦਾ ਹੈ। ਅਤੇ ਇਸ ਦੇ ਨਾਲ ਹੀ ਮੜੀਆਂ ਦੀ ਪੂਜਾ, ਮੂਰ ਦੀ ਪੂਜਾ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਸਖਤ ਵਰਜਿਆ ਹੈ। ਪਿਛਲੀ ਵੀਡੀਓ ਵਿੱਚ ਜੋ ਸਵਾਲ ਪੁੱਛੇ ਗਏ ਸਨ ਉਹਨਾਂ ਵਿੱਚੋਂ ਜਸ ਨਾਮ ਦੇ ਵਿਅਕਤੀ ਨੇ ਸਹੀ ਜਵਾਬ ਦਿੱਤੇ ਸਨ। ਉਹਨਾਂ ਨੂੰ ਸਾਡੇ ਚੈਨਲ ਵੱਲੋਂ ਇਨਾਮ ਭੇਟ ਕੀਤਾ ਜਾਵੇਗਾ। ਉਹਨਾਂ ਨੂੰ ਬੇਨਤੀ ਹੈ ਕਿ ਕਮੈਂਟ ਵਿੱਚ ਆਪਣਾ ਐਡਰੈਸ ਅਤੇ ਕੰਟੈਕਟ ਨੰਬਰ ਪਾ ਕੇ ਸਾਨੂੰ ਭੇਜੋ ਤਾਂ ਅਸੀਂ ਤੁਹਾਡੇ ਤੱਕ ਤੁਹਾਡਾ ਜੋ ਬਣਦਾ ਇਨਾਮ ਹੈ ਭੇਜ ਸਕੀਏ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।